ਇੱਕ ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ ਤਨੰਤਰ ਵੈਦ ਅਵਤਾਰ ਕਥਨਨ। ਹੁਣ ਤਨੰਤਰ ਵੈਦ ਅਵਤਾਰ ਦਾ ਕਥਨ। ਸ਼੍ਰੀ ਭਗਵਤੀ ਜੀ ਸਹਾਇ। ਚੌਪਈ। ਸਭ ਤਨਵੰਤ ਪਏ ਜਗ ਲੋਕਾ। ਸਾਰੇ ਜਗਤ ਦੇ ਲੋਕ ਧਨਵਾਨ ਹੋ ਗਏ। ਏਕ ਨਾ ਰਹਾ ਤਿਨੋ ਤਗ ਸੋ, ਏਕ ਨਾ ਰਹਾ ਤਿਨੋ ਤਨ ਸੋਗਾ। ਅਤੇ ਉਹਨਾਂ ਦੇ ਤਨ ਤੇ ਮਨ ਵਿੱਚ ਇੱਕ ਵੀ ਸੋਗ ਨਾ ਰਿਹਾ। ਪਾਤ ਪਾਤ ਪਚਤ ਪਕਵਾਨਾ। ਭਾਂਤ ਭਾਂਤ ਦੇ ਪਕਵਾਨ ਖਾਂਦੇ ਸਨ। ਉਪਜਤ ਰੋਗ ਦੇਹ ਤਿੰਨ ਨਾਨਾ। ਜਿਸ ਕਰਕੇ ਉਹਨਾਂ ਦੀ ਦੇਹ ਵਿੱਚ ਅਨੇਕਾਂ ਰੋਗ ਪੈਦਾ ਹੋ ਗਏ। ਰੋਗਾ ਕੁਲ ਸਭ ਹੀ ਪਏ ਲੋਗਾ। ਸਾਰੇ ਲੋਕ ਰੋਗ ਨਾਲ ਦੁਖੀ ਹੋ ਗਏ। ਉਪਜਾ ਅਧਿਕ ਪ੍ਰਜਾ ਕੋ ਸੋਗਾ। ਅਤੇ ਪ੍ਰਜਾ ਲਈ ਬਹੁਤ ਦੁੱਖ ਪੈਦਾ ਹੋ ਗਏ। ਪਰਮ ਪੁਰਖ ਕੀ ਕਰੀ ਬੜਾਈ। ਫਿਰ ਸਭ ਨੇ ਮਿਲ ਕੇ ਪਰਮ ਪੁਰਖ ਦੀ ਸਿਫਤ ਕੀਤੀ। ਕਿਰਪਾ ਕਰੀ ਤਿਨ ਪਰ ਹਰ ਰਾਈ। ਜਿਸ ਕਰਕੇ ਹਰੀ ਰਾਜੇ ਕਾਲ ਪੁਰਖ ਨੇ ਉਹਨਾਂ ਉੱਤੇ ਕਿਰਪਾ ਕੀਤੀ। ਬਿਸਨ ਚੰਦ ਕੋ ਕਹਾ ਬੁਲਾਈ। ਵਿਸ਼ਨੂੰ ਜੀ ਨੂੰ ਸਦ ਕੇ ਕਾਲ ਪੁਰਖ ਨੇ ਕਿਹਾ, ਤਰ ਅਵਤਾਰ ਤਨੰਤਰ ਜਾਈ। ਤਨੰਤਰੀ ਅਵਤਾਰ ਧਾਰ ਕੇ ਜਗਤ ਵਿੱਚ ਜਾਓ। ਆਯੁਰਵੇਦ ਕੋ ਕਰੋ ਪ੍ਰਕਾਸ਼ਾ। ਆਯੁਰਵੇਦ ਪ੍ਰਗਟ ਕਰੋ। ਰੋਗ ਪ੍ਰਜਾ ਕੋ ਕਰਿਓ ਨਾਸਾ। ਅਤੇ ਪ੍ਰਜਾ ਦੇ ਸਾਰੇ ਰੋਗਾਂ ਨੂੰ ਨਾਸ ਕਰੋ। ਦੋਹਰਾ। ਤਾਤੇ ਦੇਵ ਇਕੱਤਰ ਹੋਏ, ਮਥਿਓ ਸਮੁੰਦਰ ਹੀ ਜਾਏ। ਇਸ ਵਾਸਤੇ ਦੇਵਤੇ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਜਾ ਰਿੜਕਿਆ। ਰੋਗ ਬਿਨਾਸਨ ਪ੍ਰਜਾ ਹਿਤ ਕੱਢਿਓ ਤਨੰਤਰ ਰਾਏ। ਅਤੇ ਲੋਕਾਂ ਦੇ ਰੋਗਾਂ ਨੂੰ ਨਾਸ਼ ਕਰਨ ਲਈ ਸਮੁੰਦਰ ਵਿੱਚੋਂ ਤਨੰਤਰੀ ਰਾਜੇ ਨੂੰ ਕੱਢਿਆ। ਚੌਪਈ। ਆਯੁਰਵੇਦ ਤਿਨ ਕੀਓ ਪ੍ਰਕਾਸ਼ਾ। ਉਸ ਤਨੰਤਰੀ ਨੇ ਜਗਤ ਵਿੱਚ ਆਯੁਰਵੇਦ ਪ੍ਰਗਟ ਕੀਤਾ। ਜਗ ਕੇ ਰੋਗ ਕਰੇ ਸਭ ਨਾਸਾ। ਅਤੇ ਜਗਤ ਦੇ ਸਾਰੇ ਰੋਗਾਂ ਨੂੰ ਨਸ਼ਟ ਕਰ ਦਿੱਤਾ। ਵੈਦ ਸ਼ਾਸਤਰ ਕਹੋ ਪ੍ਰਗਟ ਦਿਖਾਵਾ। ਵੈਦਿਕ ਸ਼ਾਸਤਰ ਨੂੰ ਪ੍ਰਗਟ ਕਰਕੇ ਵਿਖਾ ਦਿੱਤਾ। ਭਿੰਨ ਭਿੰਨ ਔਖਧੀ ਬਤਾਵਾ। ਜਿਸ ਵਿੱਚ ਵੱਖਰੋ ਵੱਖਰੇ ਰੋਗਾਂ ਦੀ ਔਸ਼ਧੀ ਦੱਸ ਦਿੱਤੀ। ਦੋਹਰਾ। ਰੋਗ ਰਹਿਤ ਕਰ ਔਖਧੀ ਸਭ ਹੀ ਕਰਿਓ ਜਹਾਨ। ਰੋਗਾਂ ਨੂੰ ਨਾਸ਼ ਕਰਨ ਵਾਲੀ ਦਵਾ ਸਾਰੇ ਜਗਤ ਲਈ ਉਸਨੇ ਪ੍ਰਗਟ ਕਰ ਦਿੱਤੀ। ਕਾਲ ਪਾਏ ਤੱਛਕ ਹਨਿਓ ਸੁਰਪੁਰ ਕੀਓ ਪਿਆਨ। ਸਮਾਂ ਪਾ ਕੇ ਉਸਨੇ ਤੱਛਕ ਨੇ ਡੰਗ ਮਾਰ ਕੇ ਮਾਰ ਦਿੱਤਾ ਅਤੇ ਉਸਨੇ ਸਵਰਗ ਨੂੰ ਕੂਚ ਕੀਤਾ। ਇਤ ਸ਼੍ਰੀ ਬਚਿੱਤਰ ਨਾਟਕੇ ਤਨੰਤਰ ਅਵਤਾਰ 17ਵਾਂ ਸੁਭਮ ਸੱਤ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ ਤਨੰਤਰ ਅਵਤਾਰ 17ਵੇਂ ਦੀ ਸਮਾਪਤੀ। ਸਭ ਸ਼ੁਭ ਹੈ। ਹੁਣ ਇਸ ਕਥਾ ਦਾ ਪੰਡਿਤ ਨਾਰਾਇਣ ਸਿੰਘ ਜੀ ਨੇ ਜੋ ਭਾਵਾਰਥ ਕੀਤਾ ਹੈ ਉਸਦਾ ਸਰਵਣ ਕਰੀਏ। ਹਰਿਵੰਸ਼ ਵਿੱਚ ਲਿਖਿਆ ਹੈ ਕਿ ਜਦੋਂ ਤਨੰਤਰੀ ਸਮੁੰਦਰ ਵਿੱਚੋਂ ਨਿਕਲੇ ਤਾਂ ਉਹਨਾਂ ਦੇ ਤੇਜ ਨਾਲ 8 ਦਿਸ਼ਾ ਜਗਮਗ ਕਰ ਉੱਠੀਆਂ। ਇਹ ਆਪਣੇ ਸਾਹਮਣੇ ਵਿਸ਼ਨੂੰ ਨੂੰ ਵੇਖ ਕੇ ਠਠੰਬਰ ਕੇ ਖੜੋ ਰਹੇ। ਇਸ ਲਈ ਵਿਸ਼ਨੂੰ ਭਗਵਾਨ ਨੇ ਇਹਨਾਂ ਨੂੰ ਅਵਜ ਨਾਮ ਨਾਲ ਬੁਲਾਇਆ। ਭਗਵਾਨ ਦੇ ਬੁਲਾਵਣ ਤੇ ਇਸ ਨੇ ਉਹਨਾਂ ਪਾਸ ਪ੍ਰਾਰਥਨਾ ਕੀਤੀ ਕਿ ਜਗ ਵਿੱਚ ਮੇਰਾ ਭਾਗ ਤੇ ਸਥਾਨ ਕਾਇਮ ਕਰ ਦਿੱਤਾ ਜਾਵੇ। ਵਿਸ਼ਨੂੰ ਨੇ ਕਿਹਾ, ਭਾਗ ਤੇ ਸਥਾਨ ਤਾਂ ਵੰਡੇ ਗਏ ਹਨ,
ਪਰ ਤੁਸੀਂ ਦੂਜੇ ਜਨਮ ਵਿੱਚ ਖਾਸ ਸਿੱਧੀ ਪ੍ਰਾਪਤ ਕਰੋਗੇ। ਅਣਮਾਦਿਕ ਸਿੱਧੀਆਂ ਤੁਹਾਨੂੰ ਗਰਭ ਤੋਂ ਹੀ ਪ੍ਰਾਪਤ ਰਹਿਣਗੀਆਂ ਅਤੇ ਤੁਸੀਂ ਸਰੀਰ ਦੇ ਹੁੰਦਿਆਂ ਹੀ ਦੇਵਤੇ ਦੀ ਪਦਵੀ ਪ੍ਰਾਪਤ ਕਰੋਗੇ। ਤੁਸੀਂ ਆਯੁਰਵੇਦ ਨੂੰ 8 ਹਿੱਸਿਆਂ ਵਿੱਚ ਵੰਡ ਦਿਓਗੇ। ਦੁਆਪਰ ਯੁੱਗ ਵਿੱਚ ਕਾਸ਼ੀ ਰਾਜ ਤਨਵ ਨੇ ਪੁੱਤਰ ਦੇ ਵਾਸਤੇ ਅਵਜ ਦੇਵ ਦੀ ਆਰਾਧਨਾ ਕੀਤੀ। ਅਵਜ ਦੇਵ ਮਤਲਬ ਕਿ ਤਨੰਤਰ। ਅਵਜ ਦੇਵ ਨੇ ਤਨਵ ਨੂੰ ਕਰ ਆਪ ਹੀ ਅਵਤਾਰ ਲਿਆ ਅਤੇ ਭਾਰਦਵਾਜ ਰਿਖੀ ਤੋਂ ਆਯੁਰਵੇਦ ਸ਼ਾਸਤਰ ਪੜ੍ਹ ਕੇ ਪ੍ਰਜਾ ਨੂੰ ਰੋਗਾਂ ਤੋਂ ਰਹਿਤ ਕੀਤਾ। ਭਾਵ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਕਿ ਇੰਦਰ ਨੇ ਆਯੁਰਵੇਦ ਸ਼ਾਸਤਰ ਸਿਖਾ ਕੇ ਧਨਵੰਤਰੀ ਨੂੰ ਲੋਕਾਂ ਦੇ ਭਲੇ ਵਾਸਤੇ ਧਰਤ ਤੇ ਭੇਜਿਆ ਸੀ। ਧਨਵੰਤਰੀ ਕਾਸ਼ੀ ਵਿੱਚ ਪੈਦਾ ਹੋਇਆ ਅਤੇ ਬ੍ਰਹਮਾ ਦੇ ਵਰ ਨਾਲ ਕਾਸ਼ੀ ਦੇ ਰਾਜਾ ਬਣੇ ਸਨ। ਕਲਯੁਗ ਦੇ ਜ਼ਮਾਨੇ ਵਿੱਚ ਜਦ ਪ੍ਰਿਛਤ ਨੇ ਭ੍ਰਿੰਗੀ ਰਿਖੀ ਦੇ ਗਲ ਵਿੱਚ ਮੋਇਆ ਹੋਇਆ ਸੱਪ ਪਾ ਦਿੱਤਾ ਅਤੇ ਉਸ ਦੇ ਪੁੱਤਰ ਸਿੰਜੀ ਰਿਖੀ ਨੇ ਰਾਜੇ ਨੂੰ ਤੱਛਕ ਦੇ ਡੰਗ ਨਾਲ ਮਰਨ ਦਾ ਸ਼ਰਾਪ ਦਿੱਤਾ ਸੀ, ਤਦੋਂ ਸ਼ਰਾਪ ਦਾ ਪ੍ਰੇਰਿਆ ਹੋਇਆ ਤੱਛਕ ਪ੍ਰਿਛਤ ਨੂੰ ਡੰਗਣ ਲਈ ਤੁਰਿਆ। ਉਧਰੋਂ ਤਨੰਤਰ ਵੀ ਪ੍ਰਿਛਤ ਨੂੰ ਤੱਛਕ ਦੇ ਡੰਗ ਤੋਂ ਬਚਾਉਣ ਲਈ ਤੁਰਿਆ। ਰਸਤੇ ਵਿੱਚ ਦੋਹਾਂ ਦਾ ਮੇਲ ਹੋ ਗਿਆ। ਆਪੋ ਵਿੱਚ ਦੀਆਂ ਗੱਲਾਂ ਬਾਤਾਂ ਵਿੱਚ ਤੱਛਕ ਨੇ ਕਿਹਾ, ਮੇਰਾ ਡੰਗਿਆ ਕਦੇ ਬਚ ਨਹੀਂ ਸਕਦਾ। ਧਨਵੰਤਰੀ ਨੇ ਕਿਹਾ, ਮੇਰਾ ਮੰਤਰਿਆ ਕਦੇ ਕੋਈ ਮਰ ਹੀ ਨਹੀਂ ਸਕਦਾ। ਦੋਹਾਂ ਦੀ ਆਪੋ ਆਪਣੇ ਜ਼ੋਰ ਉੱਤੇ ਜ਼ਿੱਦ ਬਚ ਗਈ ਤਾਂ ਆਪੋ ਆਪਣਾ ਜ਼ੋਰ ਅਜ਼ਮਾਉਣ ਲੱਗੇ। ਤੱਛਕ ਨੇ ਇੱਕ ਬੋਹੜ ਦੇ ਦਰਖਤ ਨੂੰ, ਜਿਸ ਉੱਤੇ ਕਈ ਜਾਨਵਰ ਬੈਠੇ ਹੋਏ ਸਨ, ਡੰਗ ਮਾਰ ਕੇ ਸਾੜ ਕੇ ਸਵਾਹ ਕਰ ਦਿੱਤਾ। ਫਿਰ ਧਨਵੰਤਰੀ ਨੇ ਮੰਤਰ ਪੜ੍ਹ ਕੇ ਜਲ ਦਾ ਛੱਟਾ ਦਿੱਤਾ ਤਾਂ ਬੋਹੜ ਜਿਉਂ ਦਾ ਤਿਉਂ ਹੋ ਗਿਆ। ਇਹ ਚਮਤਕਾਰ ਦੇਖ ਕੇ ਤੱਛਕ ਹੈਰਾਨ ਹੋ ਗਿਆ ਅਤੇ ਧਨਵੰਤਰੀ ਨੂੰ ਕਹਿਣ ਲੱਗਾ, ਤੂੰ ਜਿਤਨਾ ਧਨ ਚਾਹੇ ਲੈ ਕੇ ਮੁੜ ਜਾ। ਪਰ ਧਨਵੰਤਰ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਧਨ ਲੈ ਕੇ ਪਾਪੀ ਬਣ ਕੇ ਨਰਕਾਂ ਦਾ ਅਧਿਕਾਰੀ ਨਹੀਂ ਹੁੰਦਾ। ਅੰਤ ਨੂੰ ਤੱਛਕ ਉਹਨਾਂ ਦੇ ਨਾਲ ਜਾਂਦਾ ਜਾਂਦਾ ਲੋਪ ਹੋ ਗਿਆ ਅਤੇ ਅੱਗੇ ਜਾ ਕੇ ਸੋਟੀ ਬਣ ਕੇ ਪੈ ਗਿਆ। ਇੱਧਰੋਂ ਧਨਵੰਤਰੀ ਨੇ ਸੋਟੀ ਕੋਲ ਪੁੱਜ ਕੇ ਸੋਟੀ ਚੁੱਕ ਲਈ ਅਤੇ ਤੁਰ ਪਿਆ। ਥੋੜ੍ਹੀ ਦੂਰ ਅੱਗੇ ਗਿਆ ਤਾਂ ਧਨਵੰਤਰੀ ਦੀਆਂ ਮੋਰਾਂ ਵਿੱਚ ਖੁਰਕ ਹੋਈ। ਉਸ ਵੇਲੇ ਧਨਵੰਤਰੀ ਦੀ ਅਜਿਹੀ ਮੱਤ ਮਾਰੀ ਗਈ ਜੋ ਸੋਟੀ ਨਾਲ ਖੁਰਕਣ ਲੱਗਾ। ਮੌਕਾ ਪਾ ਕੇ ਤੱਛਕ ਨੇ ਧਨਵੰਤਰੀ ਦੀ ਪਿੱਠ ਵਿੱਚ ਡੰਗ ਮਾਰ ਦਿੱਤਾ। ਧਨਵੰਤਰ ਨੇ ਤੱਛਕ ਦਾ ਡੰਗ ਸਮਝ ਕੇ ਆਪਣੇ ਚੇਲਿਆਂ ਨੂੰ ਕਿਹਾ, ਹੁਣ ਮੈਂ ਬਚ ਨਹੀਂ ਸਕਾਂਗਾ, ਕਿਉਂਕਿ ਜਿੱਥੇ ਤੱਛਕ ਨੇ ਡੰਗ ਮਾਰਿਆ ਹੈ ਉੱਥੇ ਮੇਰੀ ਨਿਗਾਹ ਨਹੀਂ ਜਾ ਸਕਦੀ ਅਤੇ ਨਿਗਾਹ ਪੁੱਜੇ ਤੋਂ ਬਿਨਾਂ ਮੰਤਰ ਦਾ ਜ਼ੋਰ ਨਹੀਂ ਚੱਲਦਾ। ਤੁਸੀਂ ਮੈਨੂੰ ਸਾੜਨਾ ਨਹੀਂ, ਸਗੋਂ ਮੈਨੂੰ ਰਿੰਨ ਕੇ ਖਾ ਲੈਣਾ। ਮੇਰੀ ਸਾਰੀ ਵਿੱਦਿਆ ਤੁਹਾਨੂੰ ਆਪਣੇ ਆਪ ਪ੍ਰਾਪਤ ਹੋ ਜਾਏਗੀ। ਫਿਰ ਤੱਛਕ ਨੂੰ ਕਿਹਾ, ਤੂੰ ਮੇਰੇ ਨਾਲ ਧੋਖਾ ਕੀਤਾ, ਪਰ ਹੱਛਾ ਇੱਕ ਧਨਵੰਤਰੀ ਮਰਦਾ ਹੈ ਅਤੇ ਮੇਰੇ ਮਾਸ ਨੂੰ ਖਾ ਕੇ ਇਹ ਮੇਰੇ 72 ਚੇਲੇ ਵੀ ਧਨਵੰਤਰ ਹੋ ਜਾਣਗੇ। ਇਹ ਕਹਿ ਕੇ ਧਨਵੰਤਰ ਨੇ ਪ੍ਰਾਣ ਦੇ ਦਿੱਤੇ ਤੇ ਚੇਲਿਆਂ ਨੇ ਉਸ ਨੂੰ ਰਿੜਨਾ ਧਰ ਦਿੱਤਾ। ਇਹ ਵੇਖ ਕੇ ਤੱਛਕ ਨੂੰ ਫਿਕਰ ਲੱਗਾ ਕਿ ਉਹ ਬੁੱਢੇ ਬ੍ਰਾਹਮਣ ਦਾ ਰੂਪ ਧਾਰ ਕੇ ਉਹਨਾਂ ਦੇ ਕੋਲ ਆ ਗਿਆ ਕਿ ਪੁੱਛਣ ਲੱਗਾ ਕਿ ਕੀ ਰਿੰਨਦੇ ਹੋ। ਉਹਨਾਂ ਬ੍ਰਹਮਚਾਰੀਆਂ ਨੇ ਸਭ ਨੂੰ ਸੱਚ ਦੱਸ ਦਿੱਤਾ ਤਾਂ ਬ੍ਰਾਹਮਣ ਰੂਪ ਤੱਛਕ ਨੇ ਕਿਹਾ, ਮਾਨੁਖ ਦਾ ਮਾਸ ਖਾਣਾ ਮਹਾਪਾਪ ਹੈ, ਇਹ ਸੁੱਟ ਦਿਓ। ਪਰ ਚੇਲਿਆਂ ਨੇ ਉਸ ਦਾ ਕਿਹਾ ਨਾ ਮੰਨਿਆ ਤਾਂ ਉੱਥੋਂ ਦੇ ਰਾਜੇ ਕੋਲ ਜਾ ਕੇ ਬ੍ਰਾਹਮਣ ਰੂਪਧਾਰੀ ਤੱਛਕ ਨੇ ਕਿਹਾ ਕਿ ਹੇ ਰਾਜਨ, ਤੇਰੇ ਰਾਜ ਵਿੱਚ ਇਤਨਾ ਘੋਰ ਉਪਦਰ ਹੋ ਰਿਹਾ ਹੈ ਕਿ ਜੰਗਲ ਵਿੱਚ ਫਲਾਣੀ ਥਾਂ ਤੇ ਕਈ ਬ੍ਰਹਮਚਾਰੀ ਆਪਣੇ ਗੁਰੂ ਨੂੰ ਮਾਰ ਕੇ ਉਸ ਦਾ ਮਾਸ ਰਿੰਨ ਕੇ ਖਾਣਾ ਚਾਹੁੰਦੇ ਹਨ।
ਜੇਕਰ ਉਹਨਾਂ ਨੇ ਗੁਰੂ ਦਾ ਮਾਸ ਖਾ ਲਿਆ ਤਾਂ ਤੇਰੀਆਂ ਸੱਤ ਕੁਲਾਂ ਨਰਕਾਂ ਨੂੰ ਜਾਣਗੀਆਂ। ਬ੍ਰਾਹਮਣ ਦੀ ਇਹ ਗੱਲ ਸੁਣ ਕੇ ਰਾਜੇ ਨੇ ਉਸੇ ਵੇਲੇ ਘੋੜ ਚੜ੍ਹ ਕੇ ਫੌਜ ਦੇ ਕੇ ਹੁਕਮ ਕੀਤਾ ਕਿ ਜਾਓ, ਉਹਨਾਂ ਬ੍ਰਹਮਚਾਰੀਆਂ ਤੋਂ ਅਚਾਰਜ ਦਾ ਮਾਸ ਖੋ ਕੇ ਕਾਵਾਂ ਕੁੱਤਿਆਂ ਨੂੰ ਪਾ ਦਿਓ। ਰਾਜੇ ਦਾ ਹੁਕਮ ਹੁੰਦੇ ਹੀ ਸਿਪਾਹੀਆਂ ਨੇ ਜੰਗਲ ਵਿੱਚ ਪੁੱਜ ਕੇ ਉਹਨਾਂ ਤਨੰਤਰ ਦੇ ਚੇਲਿਆਂ ਪਾਸੋਂ ਤਨੰਤਰ ਦਾ ਮਾਸ ਖੋ ਕੇ ਧਰਤੀ 'ਤੇ ਸੁੱਟ ਦਿੱਤਾ, ਜਿਸ ਕਰਕੇ ਉਸ ਮਾਸ ਨੂੰ ਕਾਂ, ਕੁੱਤੇ ਤੇ ਇੱਲਾਂ ਕੀੜੀਆਂ ਨੇ ਖਾ ਲਿਆ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥ 17ਵਾਂ ਅਵਤਾਰ ਤਨੰਤਰ ਬੈਚ ਸਮਾਪਤਮ। ਸਤ ਸ਼ੁਭਮ ਸਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।